ਸਤਿਕਾਰਯੋਗ ਮਾਨਯੋਗ ਗੁਰੂ ਰੂਪ ਸਤਿਗੁਰੂ ਜੀ ਦੇ ਪਿਆਰਿਓ, ਬੰਦੀ ਛੋੜ ਦਿਵਸ 'ਤੇ ਵਿਸ਼ੇਸ਼ ਲੇਖ। ਅੱਜ ਦਿਨ ਬੁੱਧਵਾਰ 3 ਨਵੰਬਰ 2021, ਪਹਿਲੀ ਕਿਸ਼ਤ। ਇਹ ਪ੍ਰਸੰਗ ਮੈਂ ਆਪਣੇ ਵੱਲੋਂ ਲਿਖੇ ਗਏ ਧਾਰਮਿਕ ਨਾਵਲ ਸੱਚ ਅਤੇ ਝੂਠ ਦਾ ਵਿਵਾਦ ਵਿੱਚੋਂ ਸੁਣਾ ਰਿਹਾ ਹਾਂ। ਜੋ ਇਹ ਸੱਚ ਅਤੇ ਝੂਠ ਦਾ ਵਿਵਾਦ ਜਨਵਰੀ 2022 ਨੂੰ ਲੜੀਵਾਰ YouTube 'ਤੇ ਪਾਉਣਾ ਸ਼ੁਰੂ ਕਰਾਂਗਾ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਿਫਤ ਵਿੱਚ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਵਿੱਚੋਂ 48ਵੀਂ ਪੌੜੀ। ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ। ਅਰਜਨ ਕਾਇਆ ਪਲਟ ਕੇ, ਮੂਰਤ ਹਰਗੋਬਿੰਦ ਸਵਾਰੀ। ਚੱਲੀ ਪੀੜੀ ਸੋਢੀਆਂ, ਰੂਪ ਦਿਖਾਵਣ ਵਾਰੋ ਵਾਰੀ। ਦਲ ਭੰਜਨ ਗੁਰ ਸੂਰਮਾ, ਵੱਡ ਜੋਧਾ ਬਹੁ ਪਰ ਉਪਕਾਰੀ। ਪੁੱਛਣ ਸਿੱਖ ਅਰਦਾਸ ਕਰ, ਛੇ ਮਹਿਲਾਂ ਤੱਕ ਦਰਸ ਨਿਹਾਰੀ। ਅਗਮਾ ਅਗੋਚਰ ਸਤਿਗੁਰੂ, ਬੋਲੇ ਮੁਖ ਤੇ ਸੁਣੋ ਸੰਸਾਰੀ। ਕਲਯੁਗ ਪੀੜੀ ਸੋਢੀਆਂ, ਨੇਚਲ ਨੀਵ ਉਸਾਰ ਖਿਲਾਰੀ। ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਸੱਚਾ ਪਾਤਸ਼ਾਹ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਉਪਰੰਤ ਇਹਨਾਂ ਦੇ ਸਪੁੱਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਗੱਦੀ 'ਤੇ ਵਿਰਾਜਮਾਨ ਹੋਏ। ਇਹਨਾਂ ਗੁਰਤਾ ਸਮੇਂ ਮੀਰੀ ਪੀਰੀ ਦੀਆਂ 2 ਤਲਵਾਰਾਂ ਪਹਿਨ ਕੇ ਸਿਰ 'ਤੇ ਕਲਗੀ ਸਜਾਈ। ਉਪਰੰਤ ਅਕਾਲ ਤਖਤ ਦੀ ਰਚਨਾ ਕਰਕੇ ਢਾਡੀ ਦੀਵਾਨ ਸ਼ੁਰੂ ਕੀਤੇ। ਸੁੰਦਰ ਡੀਲ ਡੋਲ ਨੌਜਵਾਨਾਂ ਨੂੰ ਭਰਤੀ ਕਰਕੇ ਯੁੱਧ ਵਿੱਦਿਆ ਦਾ ਕਰਤੱਵ ਸਿਖਾਉਣਾ ਸ਼ੁਰੂ ਕੀਤਾ। ਸਮੇਂ ਦੀ ਨਬਜ਼ ਨੂੰ ਪਛਾਣਦਿਆਂ ਨਵੇਂ ਸਮਾਜ ਦੀ ਸਿਰਜਣਾ ਸ਼ੁਰੂ ਕੀਤੀ। ਪੰਚਮ ਪਾਤਸ਼ਾਹ ਦੀ ਸ਼ਹੀਦੀ ਦੇ ਮੁੱਖ ਦੋਸ਼ੀ ਨੇ ਨਵੀਂ ਸਿਰਜਣਾ ਤੋਂ ਭੈਮਾਨ ਹੋ ਕੇ ਜਹਾਂਗੀਰ ਬਾਦਸ਼ਾਹ ਕੋਲ ਸ਼ਿਕਾਇਤ ਕਰ ਦਿੱਤੀ। ਇਸ ਦੀ ਸ਼ਿਕਾਇਤ 'ਤੇ ਬਾਦਸ਼ਾਹ ਨੇ ਗੁਰੂ ਜੀ ਨੂੰ ਦਿੱਲੀ ਵਿੱਚ ਆਪਣੇ ਕੋਲ ਬੁਲਾਇਆ। ਬਾਦਸ਼ਾਹ ਨੇ ਗੁਰੂ ਜੀ ਨੂੰ ਆਪਣੇ ਸ਼ਾਹੀ ਮਹਿਲ ਵਿੱਚ ਕੋਲ ਬਿਠਾ ਕੇ ਇੱਕ ਸਵਾਲ ਪੁੱਛਿਆ ਕਿ ਹਿੰਦੂ ਰਾਮ ਰਾਮ ਕਹਿੰਦੇ ਹਨ ਅਤੇ ਤੁਰਕ ਅੱਲਾ ਅੱਲਾ ਕਹਿੰਦੇ ਹਨ। ਦੋਵੇਂ ਹੀ ਆਪਣੇ ਆਪਣੇ ਧਰਮ ਦਾ ਦਾਅਵਾ ਕਰਦੇ ਹਨ। ਤੁਸੀਂ ਇਹ ਦੱਸੋ ਕਿ ਦੋਵਾਂ ਵਿੱਚੋਂ ਸਹੀ ਕਿਹੜਾ ਅਤੇ ਗਲਤ ਕਿਹੜਾ ਹੈ। ਗੁਰੂ ਜੀ ਕਿਹਾ, ਜਿਹੜਾ ਕਿਸੇ ਦਾ ਦਿਲ ਨਹੀਂ ਦਿਖਾਉਂਦਾ, ਜਿਹੜਾ ਦੁਖੀਆਂ ਦਾ ਮਦਦਗਾਰ ਅਤੇ ਖੁਦਾ ਦੀ ਬੰਦਗੀ ਕਰਦਾ ਹੈ, ਉਹ ਸਹੀ ਹੈ, ਭਾਵੇਂ ਉਹ ਤੁਰਕ ਹੈ ਅਤੇ ਭਾਵੇਂ ਉਹ ਹਿੰਦੂ ਹੈ, ਕਿਉਂਕਿ ਕਰਨੀ ਪ੍ਰਧਾਨ ਹੈ। ਗੁਰਬਾਣੀ। ਰਾਹ ਦੋਵੇਂ ਇੱਕ ਜਾਣੇ, ਸੋਈ ਸਿੱਜ ਸੀ। ਕੁਫਰ ਗੋ ਕੁਫਰਾਣੇ, ਪਿਆ ਦੱਜ ਸੀ। ਇਹ ਸੁਣ ਕੇ ਬਾਦਸ਼ਾਹ ਬਹੁਤ ਪ੍ਰਸੰਨ ਹੋਇਆ। ਬਹੁਤ ਸਾਰੀ ਮਾਇਆ ਦੀ ਭੇਟਾ ਰੱਖ ਕੇ ਨਮਸਕਾਰ ਕੀਤੀ। ਗੁਰੂ ਜੀ ਨੇ ਫਕੀਰਾਂ ਵਿੱਚ ਵੰਡਣ ਦਾ ਹੁਕਮ ਦਿੱਤਾ। ਜਿਹੜੇ ਨਾਲ ਗਏ ਸਿੱਖ ਸਨ, ਉਹਨਾਂ ਨੇ ਮਾਇਆ ਚੱਕ ਕੇ ਉਸੇ ਟਾਈਮ ਨਾਲ ਗਏ ਫਕੀਰਾਂ ਵਿੱਚ ਵੰਡ ਦਿੱਤੀ। ਇਹ ਦੇਖ ਕੇ ਬਾਦਸ਼ਾਹ ਅਤਿਅੰਤ ਪ੍ਰਸੰਨ ਹੋ ਗਿਆ ਅਤੇ ਗੁਰੂ ਜੀ ਦਾ ਸੱਚਾ ਸ਼ਰਧਾਲੂ ਬਣ ਗਿਆ। ਜਦੋਂ ਬਾਦਸ਼ਾਹ ਆਗਰੇ ਨੂੰ ਜਾਣ ਲੱਗਾ ਤਾਂ ਗੁਰੂ ਜੀ ਨੂੰ ਨਾਲ ਜਾਣ ਲਈ ਕਿਹਾ ਅਤੇ ਬਾਦਸ਼ਾਹ ਅਤੇ ਗੁਰੂ ਜੀ ਪੜਾਓ ਪੜਾਈ ਆਗਰੇ ਵੱਲ ਚੱਲ ਪਏ। ਇੱਕ ਦਿਨ ਰਸਤੇ ਵਿੱਚ ਇੱਕ ਘਟਨਾ ਇੰਜ ਵਾਪਰੀ। ਦੁਪਹਿਰ ਦਾ ਸਮਾਂ ਸੀ, ਚੁੱਪ ਵਰਤੀ ਹੋਈ ਸੀ। ਬਾਦਸ਼ਾਹ ਸ਼ਹਿਰੋਂ ਬਾਹਰ ਜੰਗਲ ਵਿੱਚ ਤੰਬੂ ਲੱਗਾ ਹੋਇਆ ਸੀ। ਥੋੜ੍ਹੀ ਜਿਹੀ ਦੂਰ ਕਰੀਬ 200-250 ਕਰਮਾਂ ਦੀ ਵਿੱਥ 'ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਤੰਬੂ ਲੱਗਾ ਹੋਇਆ ਸੀ।
ਉਸ ਜੰਗਲ ਵਿੱਚ ਇੱਕ ਘਾਈ ਘਾਹ ਖੋਦ ਰਿਹਾ ਸੀ। ਉਸ ਨੂੰ ਪਤਾ ਲੱਗਾ ਕਿ ਗੁਰੂ ਜੀ ਇੱਥੇ ਆਏ ਹਨ। ਘਾਈ ਦਰਸ਼ਨ ਕਰਨ ਵਾਸਤੇ ਗਲਤੀ ਨਾਲ ਜਹਾਂਗੀਰ ਬਾਦਸ਼ਾਹ ਦੇ ਤੰਬੂ ਵਿੱਚ ਚਲ ਗਿਆ। ਇੱਕ ਟਕਾ ਰੱਖ ਕੇ ਮੱਥਾ ਟੇਕਿਆ ਤੇ ਕਿਹਾ, ਸੱਚੇ ਪਾਤਸ਼ਾਹ, ਭਵਜਲ ਤੋਂ ਪਾਰ ਕਰੋ, ਜਮਾਂ ਦਾ ਭੈ ਬਹੁਤ ਸਤਾਉਂਦਾ ਹੈ। ਬਾਦਸ਼ਾਹ, ਮੈਂ ਜ਼ਮੀਨ ਦੇ ਸਕਦਾ ਹਾਂ, ਪੈਸੇ ਦੇ ਕੇ ਮਾਲਾ ਮਾਲ ਕਰ ਸਕਦਾ ਹਾਂ, ਜਮਾਂ ਦੇ ਭੈ ਨੂੰ ਨਹੀਂ ਹਟਾ ਸਕਦਾ। ਘਾਈ, ਹੈਂ, ਮੈਂ ਕਿਸੇ ਹੋਰ ਦਰਬਾਰ ਵਿੱਚ ਆ ਗਿਆ। ਬਾਦਸ਼ਾਹ ਰਤਕ ਸੋਚ ਕੇ, ਗੁਰੂ ਕਿਆਂ ਦਾ ਤੰਬੂ ਉੱਧਰ ਹੈ। ਘਾਈ ਬਾਦਸ਼ਾਹ ਮੋਹਰਿਓਂ ਟਕਾ ਚੱਕ ਕੇ ਦੂਜੇ ਤੰਬੂ ਵੱਲ ਤੁਰ ਪਿਆ। ਗੁਰੂ ਜੀ ਦੇ ਦਰਬਾਰ ਪਹੁੰਚਿਆ, ਟਕਾ ਰੱਖਿਆ, ਮੰਗ ਮੰਗੀ। ਗੁਰੂ ਜੀ ਨੇ ਸੇਵਾ ਸਿਮਰਨ ਬਖਸ਼ ਕੇ ਨਜ਼ਰੋਂ ਨਜ਼ਰ ਨਿਹਾਲ ਕਰ ਦਿੱਤਾ। ਜਦੋਂ ਟਕਾ ਚੱਕਿਆ ਤੇ ਘਾਈ ਚਲ ਗਿਆ, ਬਾਦਸ਼ਾਹ ਸੋਚੀ ਪੈ ਗਿਆ ਕਿ ਇਹ ਸਿੱਖ ਲੋਕ ਇਹ ਗੁਰੂ ਕਿਆਂ ਨੂੰ ਸੱਚਾ ਪਾਤਸ਼ਾਹ ਕਿਉਂ ਕਹਿੰਦੇ ਹਨ। ਬੇਧੜਕ ਹੋ ਕੇ ਮੇਰੇ ਮੋਹਰਿਓਂ ਜੈਸੇ ਸ਼ੇਰ ਦੀ ਦਾੜ ਵਿੱਚੋਂ ਮਾਸ ਕੱਢ ਲੈਣਾ, ਟਕਾ ਚੱਕ ਲਿਆ। ਮੈਂ ਹਿੰਦੁਸਤਾਨ ਦਾ ਬਾਦਸ਼ਾਹ, ਇਸ ਘਾਈ ਨੇ ਮੇਰੀ ਰਤਾ ਵੀ ਪ੍ਰਵਾਹ ਨਾ ਕੀਤੀ। ਇਹ ਸੱਚਾ ਪਾਤਸ਼ਾਹ ਕੀ ਹੋਇਆ। ਇੰਜ ਸੋਚਦਾ ਸੋਚਦਾ ਬਾਦਸ਼ਾਹ ਗੁਰੂ ਜੀ ਦੇ ਕੋਲ ਪਹੁੰਚਿਆ। ਨਮਸਕਾਰ ਕਰਕੇ ਸੱਚਾ ਪਾਤਸ਼ਾਹ ਦਾ ਅਰਥ ਭਾਵ ਪੁੱਛਿਆ। ਗੁਰੂ ਜੀ ਨੇ ਸਮਝਾ ਕੇ ਬਾਦਸ਼ਾਹ ਦਾ ਭਰਮ ਦੂਰ ਕਰ ਦਿੱਤਾ। ਉਸੇ ਦਿਨ ਤੋਂ ਬਾਦਸ਼ਾਹ ਵੀ ਗੁਰੂ ਜੀ ਨੂੰ ਸੱਚਾ ਪਾਤਸ਼ਾਹ ਕਹਿਣ ਲੱਗਾ ਅਤੇ ਸਰਕਾਰੀ ਦਰਬਾਰੇ ਗੁਰੂ ਜੀ ਦਾ ਨਾਮ ਸੱਚਾ ਪਾਤਸ਼ਾਹ ਮਸ਼ਹੂਰ ਹੋ ਗਿਆ। ਚੰਦੂ ਤਾਂ ਸਜ਼ਾ ਦਿਵਾਉਣੀ ਚਾਹੁੰਦਾ ਸੀ, ਪਰ ਬਾਦਸ਼ਾਹ ਦਾ ਗੁਰੂ ਜੀ ਨਾਲ ਪਿਆਰ ਪੈ ਗਿਆ। ਕੁਝ ਕੁ ਦਿਨਾਂ ਬਾਅਦ ਬਾਦਸ਼ਾਹ ਅਤਿਅੰਤ ਬਿਮਾਰ ਹੋ ਗਿਆ ਤਾਂ ਚੰਦੂ ਨੂੰ ਨਜੂਮੀ ਰਾਹੀਂ ਇੱਕ ਸੋਚ ਸੁੱਝੀ ਤਾਂ ਇਉਂ ਨਜੂਮੀ ਦੀ ਭਾਲ ਕੀਤੀ। ਨਜੂਮੀ ਇੱਕ ਬੈਠਾ ਹੈ ਤੇ ਮਸ਼ਹੂਰੀ ਦਾ ਬੋਰਡ ਲੱਗਾ ਹੋਇਆ ਹੈ। ਬੋਰਡ 'ਤੇ ਲਿਖਿਆ ਹੈ, ਸਾੜ ਸਤੀ ਨਵਗ੍ਰਹਿ ਉਪਾਏ, ਲਾਟਰੀ, ਦੜਾ, ਸੱਟਾ, ਹਸਤਰੇਖਾ, ਜਨਮ ਕੁੰਡਲੀ, ਟੇਵਾ, ਭਵਿੱਖ ਬਾਰੇ, ਰੋਗੀ ਬਾਰੇ, ਕਰੇ ਕਿਰਾਏ ਦਾ, ਉਲਝਣਾ, ਵਿਪਤਾ, ਸੰਕਟ ਆਦਿ ਦਾ ਹੱਲ ਕੀਤਾ ਜਾਂਦਾ ਹੈ। ਮਸ਼ਹੂਰੇ ਆਲਮ ਨਜੂਮੀ। ਤਾਂ ਇਸ ਨਜੂਮੀ ਮੋਹਰੇ ਗਾਹਕਾਂ ਦਾ ਤਾਂਤਾ ਲੱਗਾ ਹੋਇਆ ਹੈ। ਇੱਕ ਬੀਬੀ, ਮੀਆਂ ਮੇਰੀ ਨੂੰਹ ਸੁੱਤੀ ਰਹਿੰਦੀ ਹੈ, ਸਮੇਂ ਸਿਰ ਉੱਠਦੀ ਨਹੀਂ, ਇਸੇ ਗੱਲੋਂ ਘਰ ਵਿੱਚ ਕਲੇਸ਼ ਬਣੀ ਰਹਿੰਦੀ ਹੈ, ਉਪਾਏ ਦੱਸੋ, ਕੰਮ ਰਾਸ ਆਵੇ। ਨਜੂਮੀ, ਸੱਜਦ ਦੇ ਤਕੀਏ 'ਤੇ ਜੁਮੇ ਵਾਲੇ ਦਿਨ ਸੀਰਨੀ ਵੰਡੋ, ਠੀਕ ਹੋ ਜਾਵੇਗੀ, ਮਿਹਰ ਹੋ ਜਾਊ ਸਜਦਾਂ ਦੀ। ਇੱਕ ਹੋਰ ਬੀਬੀ, ਮੀਆਂ ਸਾਡੇ ਘਰ ਗੁਆਂਢਣ ਨੇ ਕੁਛ ਕਰ ਦਿੱਤਾ, ਘਰ ਵਿੱਚ ਹਲਦੀ ਤੇ ਮਾਂ ਅਤੇ ਖੂਨ ਦੇ ਛਿੱਟੇ ਪਏ ਹੋਏ ਸੀ। ਮੇਰਾ 2.5-3 ਸਾਲ ਦਾ ਮੁੰਡਾ ਸਾਰੀ ਰਾਤ ਇਸੇ ਕਰਕੇ ਸੁੱਤਾ ਨਹੀਂ, ਰੋਂਦਾ ਰਿਹਾ, ਉਪਾਏ ਦੱਸੋ। ਨਜੂਮੀ, 5 ਪੀਰਾਂ ਦੀ ਜਗ੍ਹਾ 'ਤੇ ਚਿਰਾਗ ਜਗਾਓ 7 ਵੀਰਵਾਰ, ਠੀਕ ਹੋ ਜਾਏਗਾ। ਇੱਕ ਹੋਰ ਜਾਤਕ, ਮੀਆਂ ਮੈਂ ਮਿਹਨਤ ਮਜ਼ਦੂਰੀ ਬਹੁਤ ਕਰਦਾ ਹਾਂ, ਘਰ ਵਿੱਚ ਬਰਕਤ ਨਹੀਂ ਪੈਂਦੀ ਮਨ ਵਿੱਚ, ਅਤੇ ਇਸੇ ਕਰਕੇ ਸਦਾ ਘਰ ਵਿੱਚ ਕਲੇਸ਼ ਰਹਿੰਦੀ ਹੈ। ਨਜੂਮੀ, ਸ਼ਨੀ ਦਾ ਦੋਸ਼ ਹੈ, ਸ਼ਾਲੀ ਦਾ ਚਲੀਸਾ ਕਰਨਾ ਪਵੇਗਾ, ਭੇਟਾ ਲੱਗੇਗੀ ਤੇ ਫਿਰ ਸਭ ਠੀਕ ਹੋ ਜਾਏਗਾ। ਇੱਕ ਹੋਰ ਬੀਬੀ, ਮੀਆਂ ਜੀ ਮੇਰੀ ਸੱਸ ਆਪ ਕੋਈ ਕੰਮ ਨਹੀਂ ਕਰਦੀ, ਮੈਂ ਸਾਰੇ ਟੱਬਰ ਦੀਆਂ ਰੋਟੀਆਂ ਪਕਾਉਂਦੀ, ਕੱਪੜੇ ਧੋਣੀ, ਸੱਸ ਫੇਰ ਵੀ ਮੇਰੇ ਪੇਕਿਆਂ ਨੂੰ ਕੋਸਦੀ ਰਹਿੰਦੀ, ਮੇਰੇ ਪਤੀ ਨੂੰ ਚੁੱਕ ਥਲ ਦਿੰਦੀ ਤੇ ਉਹ ਮੈਨੂੰ ਕੁੱਟਦਾ ਮਾਰਦਾ। ਇੰਨੇ ਨੂੰ ਸ਼ਾਹੀ ਲਿਬਾਸ
ਘੋੜ ਸਵਾਰ ਆਣ ਕੇ ਰੁਕਿਆ। ਨਜੂਮੀ ਸਮੇਤ ਸਾਰੇ ਉੱਠ ਕੇ ਖੜੇ ਹੋ ਗਏ। ਸ਼ਾਹੀ ਲਿਬਾਸ ਭਾਵ ਚੰਦੂ ਨਜੂਮੀ ਵੱਲ ਇਸ਼ਾਰਾ ਕਰਕੇ ਉਰੇ ਆ। ਨਜੂਮੀ ਲਾਗੇ ਹੋ ਕੇ ਹੱਥ ਜੋੜ ਕੇ ਜੀ ਜਨਾਬ ਕੀ ਹੁਕਮ ਹੈ। ਸ਼ਾਹੀ ਲਿਬਾਸ ਕੰਨ ਵਿੱਚ ਕੁਸਰ ਮੁਸਰ ਕਰਕੇ ਨਾਲ ਚੱਲ। ਤਾਂ ਨਜੂਮੀ ਨਾਲ ਤੁਰ ਪਿਆ। ਸ਼ਾਹੀ ਲਿਬਾਸ ਤੇ ਨਜੂਮੀ ਸ਼ਾਹੀ ਮਹੱਲ ਵਿੱਚ ਪੁੱਜੇ। ਸ਼ਾਹੀ ਲਿਬਾਸ ਜਹਾਂ ਪਨਾਹ ਨਜੂਮੀ ਲਿਆਂਦਾ ਹੈ। ਬਾਦਸ਼ਾਹ ਨਜੂਮੀ ਹਾਜ਼ਰ ਹੋਵੇ। ਨਜੂਮੀ ਮਹਾਰਾਜੇ ਦੀ ਜੈ ਹੋਵੇ। ਨਾਚੀਜ਼ ਬੰਦਾ ਹਾਜ਼ਰ ਹੈ। ਸਾਰੇ ਦਰਬਾਰੀ ਇੱਕ ਜ਼ਬਾਨ 'ਚ ਨਜੂਮੀ ਮੀਆਂ ਬਾਦਸ਼ਾਹ ਦਾ ਹਾਲ ਦੇਖ ਕੇ ਦੱਸ। ਨਜੂਮੀ ਠੀਕ ਹੈ ਜਹਾਂ ਪਨਾਹ ਜੋ ਹੁਕਮ। ਨਾਚੀਜ਼ ਬੰਦੇ ਨੂੰ ਬੈਠ ਕੇ ਕੁੰਡਲੀ ਬਣਾਉਣ ਲੱਗਾ ਤੇ ਗੰਭੀਰ ਹੁੰਦਾ ਬੋਲਿਆ, ਜੀ ਗ੍ਰਹਿ ਦੋਸ਼ ਸਾੜ ਸਤੀ ਹੈ। ਦਰਬਾਰੀ ਅਤੇ ਬਾਦਸ਼ਾਹ ਇੱਕ ਜ਼ਬਾਨ ਵਿੱਚ ਬੋਲੇ, ਇਸ ਦਾ ਹੱਲ ਕੀ ਹੈ। ਸ਼ਾਹੀ ਲਿਬਾਸ ਸਾਰਿਆਂ ਦੇ ਅੱਖੀਂ ਘੱਟਾ ਪਾ ਕੇ ਇਸ਼ਾਰਾ ਨਜੂਮੀ ਨੂੰ। ਨਜੂਮੀ ਇਸ਼ਾਰਾ ਸਮਝ ਕੇ ਕਹਿੰਦਾ, ਨਜੂਮੀ ਜੀ ਕੱਲ੍ਹ ਨੂੰ ਸੋਚ ਕੇ ਦੱਸਾਂਗਾ। ਅਗਲੇ ਦਿਨ ਦਰਬਾਰ ਲੱਗਾ। ਨਜੂਮੀ ਹੱਲ ਦੱਸਦਾ ਹੋਇਆ ਕਹਿੰਦਾ ਹੈ, ਕੋਈ ਖੁਦਾ ਦਾ ਪਿਆਰਾ ਸੰਤ ਕਿਲ੍ਹਾ ਗਵਾਲੀਅਰ ਵਿੱਚ ਨਜ਼ਰਬੰਦ ਕੀਤਾ ਜਾਵੇ ਅਤੇ ਉਹ ਕਿਲ੍ਹਾ ਗਵਾਲੀਅਰ ਵਿੱਚ ਇਕਾਂਤਵਾਸ ਵਿੱਚ ਬੈਠ ਕੇ ਚਲੀਸਾ ਕਰੇ ਤਾਂ ਫਿਰ ਠੀਕ ਹੋਵੇਗਾ ਇਹ ਦੋਸ਼। ਬਾਦਸ਼ਾਹ ਉਹ ਕੌਣ ਹੋਵੇਗਾ ਐਸਾ ਖੁਦਾ ਦਾ ਪਿਆਰਾ। ਬਾਦਸ਼ਾਹ ਚਿੰਤਾਵਾਨ ਹੋ ਕੇ ਬੋਲਿਆ। ਇੱਕ ਦਰਬਾਰੀ ਜਹਾਂ ਪਨਾਹ ਗੁਸਤਾਖੀ ਮਾਫ। ਸੱਚਾ ਪਾਤਸ਼ਾਹ ਜੀ ਨੂੰ ਕਹਿ ਕੇ ਦੇਖਿਆ ਜਾਵੇ। ਅਗਲੇ ਦਿਨ ਦਾ ਦਰਬਾਰ ਸੱਚਾ ਪਾਤਸ਼ਾਹ ਨੂੰ ਕੋਲ ਬਿਠਾ ਕੇ ਬਾਦਸ਼ਾਹ ਬੋਲਿਆ, ਸੱਚੇ ਪਾਤਸ਼ਾਹ ਜੇ ਤੁਸੀਂ ਮੇਰੇ ਭਲੇ ਹਿੱਤ ਕਿਲ੍ਹਾ ਗਵਾਲੀਅਰ ਵਿੱਚ ਚਲੀਸਾ ਕੱਟ ਲਵੋ ਤਾਂ ਮੈਂ ਠੀਕ ਹੋ ਜਾਵਾਂ। ਸੱਚਾ ਪਾਤਸ਼ਾਹ ਜੇ ਸਾਡੇ ਚਲੀਸਾ ਕੱਟਣ ਨਾਲ ਤੁਸੀਂ ਠੀਕ ਹੋ ਜਾਵੋ ਤਾਂ ਸਾਨੂੰ ਕੀ ਹਰਜ ਹੈ, ਕੱਟ ਲੈਂਦੇ ਹਾਂ ਚਲੀਸਾ। ਸੱਚਾ ਪਾਤਸ਼ਾਹ ਕਿਲ੍ਹਾ ਗਵਾਲੀਅਰ ਵਿੱਚ ਚਲੀਸਾ ਕੱਟਣ ਦੇ ਬਹਾਨੇ ਚੰਦੂ ਰੂਪੀ ਚੰਦਰੇ ਝੂਠ ਨੇ ਨਜ਼ਰਬੰਦ ਕੈਦ ਕਰਵਾ ਦਿੱਤਾ। ਸ਼ਾਹੀ ਲਿਬਾਸ ਚੰਦੂ ਨੇ ਕਿਲ੍ਹੇ ਵਿੱਚ ਸੱਚਾ ਪਾਤਸ਼ਾਹ ਨੂੰ ਮਾਰਨ ਵਾਸਤੇ ਅਨੇਕਾਂ ਉਪੱਦਰ ਕੀਤੇ ਪਰ ਸਭ ਬੇਕਾਰ ਹੋ ਗਏ, ਕਿਉਂਕਿ ਗੁਰਬਾਣੀ ਦਾ ਕਥਨ ਹੈ ਕਿ ਸੱਚ ਸੱਚਾ ਸਤਿਗੁਰ ਅਮਰ ਹੈ, ਜਿਸ ਅੰਦਰ ਹਰ ਉਰ ਧਾਰਿਆ। ਸੱਚ ਸੱਚਾ ਸਤਿਗੁਰ ਪੁਰਖ ਹੈ, ਜਿਨ ਕਾਮ ਕ੍ਰੋਧ ਬਿਖ ਮਾਰਿਆ। ਜਾਂ ਡਿੱਠਾ ਪੂਰਾ ਸਤਿਗੁਰੂ ਤਾਂ ਅੰਦਰੋਂ ਮਨ ਸਾਧਾਰਿਆ। ਬਲਹਾਰੀ ਗੁਰ ਆਪਣੇ ਸਦਾ ਸਦਾ ਘੁੰਮ ਵਾਰਿਆ। ਗੁਰਮੁਖ ਜਿੱਤਾ ਮਨਮੁਖ ਹਾਰਿਆ। ਬਾਕੀ ਕੱਲ੍ਹ ਨੂੰ ਦੂਜੀ ਕਿਸ਼ਤ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।